ਮੈਨੂੰ ਵਿਧਵਾ ਹੋਏ ਨੂੰ 10 ਸਾਲ ਹੋ ਚੁੱਕੇ ਸਨ। ਨਾ ਤਾਂ ਮੇਰੇ ਕੋਈ ਔਲਾਦ ਸੀ ਤੇ ਨਾ ਹੀ ਮੈਂ ਦੂਜਾ ਵਿਆਹ ਕੀਤਾ ਸੀ। ਮੈਨੂੰ ਆਪਣੇ ਮਰੇ ਹੋਏ ਪਤੀ ਨਾਲ ਬਹੁਤ ਪਿਆਰ ਸੀ, ਇਸ ਲਈ ਰੋਜ਼ ਰਾਤ ਨੂੰ ਉਹਨਾਂ ਦੀ ਕਮੀਜ਼ ਆਪਣੇ ਨਾਲ ਰੱਖ ਕੇ ਸੌਂਦੀ ਸੀ। ਪਰ ਪਿਛਲੇ ਕੁਝ ਦਿਨਾਂ ਤੋਂ ਮੇਰੇ ਨਾਲ ਕੁਝ ਅਜੀਬ ਜਿਹਾ ਹੋ ਰਿਹਾ ਸੀ। ਮੈਂ ਸਵੇਰੇ ਉੱਠਦੀ ਤਾਂ ਮੈਨੂੰ ਚੱਕਰ ਆਉਂਦੇ ਤੇ ਮੇਰੇ ਪੇਟ 'ਚ ਦਰਦ ਹੁੰਦਾ। ਇੱਕ ਦਿਨ ਡਾਕਟਰ ਕੋਲ ਗਈ ਤਾਂ ਉਹ ਆਖਣ ਲੱਗੀ ਕਿ ਤੁਸੀਂ ਗਰਭਵਤੀ ਹੋ। ਇਹ ਸੁਣ ਕੇ ਮੈਂ ਬਹੁਤ ਘਬਰਾ ਗਈ, ਕਿਉਂਕਿ ਮੈਂ ਤਾਂ ਕਈ ਸਾਲਾਂ ਤੋਂ ਵਿਧਵਾ ਸੀ ਤੇ ਉੱਪਰੋਂ ਘਰ 'ਚ ਕੋਈ ਆਦਮੀ ਵੀ ਨਹੀਂ ਸੀ। ਉਸ ਰਾਤ ਮੈਂ ਬਹੁਤ ਪਰੇਸ਼ਾਨ ਸੀ। ਪਤੀ ਦੀ ਕਮੀਜ਼ ਸੀਨੇ ਨਾਲ ਲਾ ਪਈ ਸੀ ਕਿ ਮੈਨੂੰ ਕੋਈ ਚੀਜ਼ ਚੁਭਦੀ ਹੋਈ ਮਹਿਸੂਸ ਹੋਈ। ਜਿਉਂ ਹੀ ਮੈਂ ਕਮੀਜ਼ ਦੀ ਜੇਬ 'ਚ ਹੱਥ ਮਾਰਿਆ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਕਿਉਂਕਿ ਅੰਦਰੋਂ ਤਾਂ ਮੇਰਾ ਨਾਂ ਅੰਜਲੀ ਹੈ। ਅੱਜ ਮੈਂ ਬਹੁਤ ਖੁਸ਼ ਸੀ, ਕਿਉਂਕਿ ਮੇਰੀ ਵੱਡੀ ਭੈਣ ਦਾ ਵਿਆਹ ਸੀ। ਇਸ ਲਈ ਅਸੀਂ ਭੈਣ ਭਰਾਵਾਂ ਨੇ ਖੂਬ ਮਸਤੀ ਕੀਤੀ ਸੀ। ਵੰਸ਼ਿਕਾ ਸਾਡੇ ਸਾਰੇ ਭੈਣ ਭਰਾਵਾਂ 'ਚ ਸਭ ਤੋਂ ਵੱਡੀ ਸੀ। ਫਿਰ ਮੇਰਾ ਨੰਬਰ ਆਉਂਦਾ ਸੀ ਤੇ ਫਿਰ ਮੇਰੇ ਤੋਂ ਛੋਟੀਆਂ 2 ਭੈਣਾਂ ਤੇ ਇੱਕ ਭਰਾ ਸੀ। ਸਾਡੇ ਘਰ 'ਚ ਪਹਿਲਾ ਵਿਆਹ ਸੀ। ਅੱਜ ਮੈਂ ਸੋਚ ਰੱਖਿਆ ਸੀ ਕਿ ਆਪਣੇ ਜੀਜੇ ਦੇ ਜੁੱਤੇ ਚੋਰੀ ਦੀ ਰਸਮ 'ਚ ਪੂਰੇ 5000 ਰੁਪਏ ਲਵਾਂਗੀ, ਕਿਉਂਕਿ ਉਹ ਬਹੁਤ ਅਮੀਰ ਸੀ। ਮੇਰਾ ਜੀਜਾ ਵਧੀਆ ਕਮਾਉਂਦਾ ਸੀ। ਮੈਂ ਜੀਜਾ ਜੀ ਦੇ ਜੁੱਤੇ ਚੋਰੀ ਕਰਨ ਜਾ ਹੀ ਰਹੀ ਸੀ ਕਿ ਮਾਂ ਨੇ ਮੇਰਾ ਹੱਥ ਫੜਿਆ ਤੇ ਮੈਨੂੰ ਆਪਣੇ ਕਮਰੇ 'ਚ ਲੈ ਗਈ। ਮੈਂ ਗੌਰ ਨਾਲ ਦੇਖਿਆ ਤਾਂ ਮਾਂ ਪਰੇਸ਼ਾਨ ਜਿਹੀ ਲੱਗੀ। ਉਹਨਾਂ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ। ਅਜਿਹਾ ਲੱਗਦਾ ਸੀ ਉਹ ਰੋਂਦੇ ਰਹੇ ਹੋਣ। ਮੈਂ ਕਿਹਾ ਕਿ ਮਾਂ ਕੀ ਗੱਲ ਹੈ, ਸਭ ਠੀਕ ਤਾਂ ਹੈ ਨਾ? ਮੇਰੇ ਪੁੱਛਣ ਤੇ ਮਾਂ ਬੱਚਿਆਂ ਵਾਂਗ ਰੋਣ ਲੱਗੀ। ਮਾਂ ਨੇ ਮੇਰੇ ਹੱਥ 'ਚ ਇੱਕ ਚਿੱਠੀ ਫੜਾਈ। ਮੈਂ ਛੇਤੀ ਉਹ ਚਿੱਠੀ ਖੋਲੀ ਤਾਂ ਉਹ ਵੰਸ਼ਿਕਾ ਵੱਲੋਂ ਲਿਖੀ ਹੋਈ ਸੀ। ਉਸ 'ਚ ਲਿਖਿਆ ਸੀ ਕਿ ਮਾਂ ਮੇਰੇ 'ਚ ਬਰਦਾਸ਼ਤ ਕਰਨ ਦੀ ਹਿੰਮਤ ਨਹੀਂ ਸੀ ਕਿ ਮੈਂ ਆਪਣੇ ਦਿਲ ਦੀ ਗੱਲ ਤੁਹਾਡੇ ਨਾਲ ਕਰ ਸਕਾਂ। ਇਸ ਲਈ ਮੈਂ ਚਿੱਠੀ ਦਾ ਸਹਾਰਾ ਲਿਆ ਹੈ। ਮੈਂ ਰਮਨ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ, ਕਿਉਂਕਿ ਮੈਂ ਤਾਂ ਕਿਸੇ ਹੋਰ ਲੜਕੇ ਨੂੰ ਪਸੰਦ ਕਰਦੀ ਸੀ। ਪਹਿਲਾਂ ਤਾਂ ਮੈਂ ਆਪਣੀ ਮੁਹੱਬਤ ਨਾਲ ਸਮਝੌਤਾ ਕਰ ਲਿਆ ਸੀ, ਪਰ ਅੱਜ ਉਸਨੇ ਮੈਨੂੰ ਕਿਹਾ ਕਿ ਜੇਕਰ ਮੈਂ ਉਸ ਨਾਲ ਘਰੋਂ ਨਾ ਭੱਜੀ ਤਾਂ ਉਹ ਜ਼ਹਿਰ ਖਾ ਕੇ ਆਪਣੀ ਜਾਨ ਦੇ ਦੇਵੇਗਾ। ਮਾਂ, ਮੈਂ ਅਜਿਹਾ ਨਹੀਂ ਹੋਣ ਦੇ ਸਕਦੀ। ਇਸ ਲਈ ਮੈਂ ਇਹ ਘਰ ਛੱਡ ਕੇ ਆਪਣੀ ਮੁਹੱਬਤ ਨਾਲ ਭੱਜ ਰਹੀ ਹਾਂ। ਮਾਂ, ਮੈਂ ਜਾਣਦੀ ਹਾਂ ਕਿ ਇਸ ਤਰ੍ਹਾਂ ਤੁਹਾਡੀ ਬਹੁਤ ਬੇਇੱਜ਼ਤੀ ਹੋਵੇਗੀ, ਪਰ ਭਗਵਾਨ ਲਈ ਮੈਨੂੰ ਮਾਫ ਕਰ ਦੇਣਾ ਤੇ ਹੋ ਸਕੇ ਤਾਂ ਮੇਰੇ ਲਈ ਦੁਆ ਜ਼ਰੂਰ ਕਰਿਓ। ਮੈਂ ਆਪਣੀ ਭੈਣ ਦੀ ਚਿੱਠੀ ਪੜ੍ਹ ਕੇ ਕੰਬਣ ਲੱਗੀ ਸੀ। ਮਾਂ ਬੋਲੀ ਕਿ ਅੰਜਲੀ, ਕੀ ਤੈਨੂੰ ਆਪਣੀ ਭੈਣ ਦੀਆਂ ਇਹਨਾਂ ਕਰਤੂਤਾਂ ਦਾ ਪਤਾ ਸੀ? ਤਾਂ ਮੈਂ ਉੱਚੀ ਰੋਣ ਲੱਗੀ ਤੇ ਕਿਹਾ ਕਿ ਮਾਂ, ਮੈਂ ਸਹੁੰ ਖਾ ਕੇ ਕਹਿੰਦੀ ਹਾਂ ਕਿ ਮੈਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਸੀ, ਨਹੀਂ ਤਾਂ ਮੈਂ ਭੈਣ ਨੂੰ ਕਦੇ ਵੀ ਇਸ ਘਰੋਂ ਨਾ ਜਾਣ ਦਿੰਦੀ। ਮਾਂ ਆਖਣ ਲੱਗੀ ਕਿ ਹੁਣ ਸਾਡੇ ਕੋਲ ਹੋਰ ਕੋਈ ਰਸਤਾ ਨਹੀਂ ਹੈ। ਹੁਣ ਤੁਹਾਡੇ ਪਿਤਾ ਜੀ ਦੀ ਇੱਜ਼ਤ ਨਿਲਾਮ ਹੋ ਜਾਵੇਗੀ। ਧੀਏ ਦੱਸ, ਇਹਨਾਂ ਹਾਲਾਤਾਂ 'ਚ ਮੈਂ ਕੀ ਕਰਾਂ? ਮੈਂ ਕਿਹਾ ਕਿ ਮਾਂ, ਮੈਂ ਨਹੀਂ ਜਾਣਦੀ ਕਿ ਤੁਸੀਂ ਕੀ ਕਰਨਾ ਚਾਹੀਦਾ ਹੈ, ਪਰ ਤੁਸੀਂ ਜੋ ਕਹੋਗੇ ਮੈਂ ਤੁਹਾਡੀ ਆਗਿਆ ਦਾ ਪਾਲਣ ਕਰਾਂਗੀ। ਮਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਕਿ ਧੀਏ, ਆਪਣੇ ਪਿਤਾ ਦੀ ਇੱਜ਼ਤ ਬਚਾ ਲੈ ਤੇ ਆਪਣੀ ਭੈਣ ਦੀ ਥਾਂ ਤੂੰ ਦੁਲਹਨ ਬਣ ਜਾ। ਇਹ ਸੁਣ ਕੇ ਮੈਂ ਹੱਕੀ ਬੱਕੀ ਰਹਿ ਗਈ। ਮੈਨੂੰ ਮਾਂ ਤੇ ਇਸ ਗੱਲ ਦੀ ਉਮੀਦ ਬਿਲਕੁਲ ਵੀ ਨਹੀਂ ਸੀ। ਮੈਂ ਕਿਹਾ ਕਿ ਮਾਂ, ਅਜਿਹਾ ਕਿਵੇਂ ਹੋ ਸਕਦਾ ਹੈ? ਜੇਕਰ ਮੈਂ ਤੁਹਾਡੀ ਗੱਲ ਮੰਨ ਲਈ ਤੇ ਵੇ ਕਰ ਵੀ ਲਿਆ ਤਾਂ ਖੁਦ ਸੋਚੋ, ਜਦੋਂ ਮੇਰੇ ਸਹੁਰਿਆਂ ਨੂੰ ਇਸ ਗੱਲ ਦਾ ਪਤਾ ਲੱਗੇਗਾ ਤਾਂ ਉਹ ਮੇਰੇ ਨਾਲ ਕੀ ਸਲੂਕ ਕਰਨਗੇ। ਉਹ ਤਾਂ ਮੇਰਾ ਜਿਉਣਾ ਦੁੱਭਰ ਕਰ ਦੇਣਗੇ। ਮਾਂ ਆਖਣ ਲੱਗੀ ਕਿ ਤੈਨੂੰ ਨਹੀਂ ਪਤਾ ਕਿ ਤੇਰੇ ਪਿਤਾ ਦਿਲ ਦੇ ਮਰੀਜ਼ ਹਨ। ਉਹ ਇਹ ਸਦਮਾ ਬਰਦਾਸ਼ਤ ਨਹੀਂ ਕਰ ਸਕਣਗੇ। ਅੱਗੇ ਤੇਰੀ ਮਰਜ਼ੀ। ਆਪਣੇ ਪਿਤਾ ਨੂੰ ਅਰਥੀ ਤੇ ਪਿਆ ਦੇਖਣਾ ਚਾਹੁੰਦੀ ਹੈ ਜਾਂ ਫਿਰ ਦੁਲਹਨ ਦਾ ਜੋੜਾ ਪਾ ਕੇ ਮੰਡਪ 'ਚ ਬੈਠਣਾ ਚਾਹੁੰਦੀ ਹੈ? ਮੈਂ ਦੁਲਹਨ ਦੇ ਜੋੜੇ ਵੱਲ ਦੇਖਿਆ ਤਾਂ ਅੱਖਾਂ 'ਚੋਂ ਹੰਝੂ ਵਗਣ ਲੱਗੇ। ਮੈਨੂੰ ਆਪਣੇ ਪਿਤਾ ਖਾਤਰ ਆਪਣੀਆਂ ਖੁਸ਼ੀਆਂ ਦੀ ਕੁਰਬਾਨੀ ਦੇਣੀ ਹੀ ਪਈ। ਐਨਾ ਧੋਖਾ ਸਹੁਰਿਆਂ ਨੂੰ ਦੇਣਾ ਹੀ ਸੀ, ਕਿਉਂਕਿ ਮੈਂ ਮਜਬੂਰ ਸੀ। ਆਖਰ ਮੈਂ ਕਰਦੀ ਵੀ ਕੀ? ਮੈਂ ਆਪਣੇ ਸਹੁਰੇ ਘੁੰਡ ਨਹੀਂ ਹਟਾਇਆ ਤੇ ਘੁੰਡ ਦੇ ਅੰਦਰ ਹੀ ਸਾਰੀਆਂ ਰਸਮਾਂ 'ਚ ਰੋਂਦੀ ਰਹੀ। ਮੈਂ ਤਾਂ ਇਹ ਸੋਚ ਵੀ ਨਹੀਂ ਪਾ ਰਹੀ ਸੀ ਕਿ ਜਦੋਂ ਮੇਰਾ ਲਾੜਾ ਘੁੰਡ ਉਠਾਵੇਗਾ ਤਾਂ ਉਹ ਮੇਰੇ ਨਾਲ ਕਿਹੋ ਜਿਹਾ ਸਲੂਕ ਕਰੇਗਾ। ਇਹੀ ਸੋਚ ਕੇ ਮੈਂ ਰੋਂਦੀ ਰਹੀ। ਖੈਰ, ਮੇਰੇ ਪਿਤਾ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਮੈਨੂੰ ਵਿਦਾ ਕਰ ਦਿੱਤਾ ਸੀ। ਉਹ ਨਹੀਂ ਜਾਣਦੇ ਸੀ ਕਿ ਮੈਂ ਵੰਸ਼ਿਕਾ ਨਹੀਂ ਸਗੋਂ ਅੰਜਲੀ ਹਾਂ। ਕੁਝ ਹੀ ਦੇਰ ਬਾਅਦ ਮੈਂ ਵਿਦਾ ਹੋ ਕੇ ਰਮਨ ਦੇ ਘਰ ਆ ਚੁੱਕੀ ਸੀ। ਮੇਰੀ ਸੱਸ ਮੈਨੂੰ ਮਹਿਮਾਨਾਂ 'ਚ ਬਿਠਾ ਕੇ ਕੁਝ ਰਸਮਾਂ ਪੂਰੀਆਂ ਕਰਨਾ ਚਾਹੁੰਦੀ ਸੀ। ਮੈਂ ਸਿਰ ਦਰਦ ਦਾ ਬਹਾਨਾ ਬਣਾ ਲਿਆ ਤੇ ਰਮਨ ਨੂੰ ਕਿਹਾ ਕਿ ਮੈਂ ਕਮਰੇ 'ਚ ਜਾਣਾ ਚਾਹੁੰਦੀ ਹਾਂ।
ਰਮਨ ਨੇ ਆਪਣੀ ਮਾਂ ਨੂੰ ਆਖ ਦਿੱਤਾ ਕਿ ਤੁਸੀਂ ਬਾਕੀ ਰਸਮਾਂ ਸਵੇਰੇ ਕਰ ਲੈਣਾ। ਮੇਰੀ ਸੱਸ ਨੂੰ ਕੋਈ ਇਤਰਾਜ਼ ਨਾ ਹੋਇਆ ਤੇ ਮੈਨੂੰ ਮੇਰੇ ਕਮਰੇ 'ਚ ਲਿਜਾ ਕੇ ਬਿਠਾ ਦਿੱਤਾ। ਥੋੜੀ ਦੇਰ ਬਾਅਦ ਹੀ ਰਮਨ ਵੀ ਕਮਰੇ 'ਚ ਆ ਗਿਆ। ਉਸਨੇ ਆਉਂਦੇ ਹੀ ਮੇਰੇ ਘੁੰਡ ਚੁੱਕ ਦਿੱਤਾ। ਉਹ ਮੈਨੂੰ ਦੇਖ ਕੇ ਇੱਕ ਪਲ ਲਈ ਬਿਲਕੁਲ ਹੈਰਾਨ ਰਹਿ ਗਿਆ ਸੀ। ਉਹ ਤਾਂ ਕੁਝ ਬੋਲਣ ਦੀ ਵੀ ਹਾਲਾਤ 'ਚ ਨਹੀਂ ਸੀ। ਫਿਰ ਉਸਨੇ ਕਾਫੀ ਸਮੇਂ ਬਾਅਦ ਜੋ ਸ਼ਬਦ ਕਿਹਾ ਸੀ ਉਹ ਮੇਰੇ ਦਿਲ ਨੂੰ ਸੁੰਨ ਕਰਨ ਲਈ ਕਾਫੀ ਸੀ। ਉਸਨੇ ਕਿਹਾ ਕਿ ਤੂੰ ਵੰਸ਼ਿਕਾ ਦੀ ਛੋਟੀ ਭੈਣ ਅੰਜਲੀ ਹੈ। ਮੈਂ ਹਾਂ ਸਿਰ ਹਿਲਾ ਦਿੱਤਾ ਸੀ। ਉਹ ਬੋਲਿਆ ਕਿ ਤੂੰ ਇੱਥੇ ਕੀ ਕਰ ਰਹੀ ਹੈ ਤੇ ਇਸ ਤਰ੍ਹਾਂ ਰੋ ਕਿਉਂ ਰਹੀ ਹੈ? ਕੁਝ ਤਾਂ ਦੱਸ। ਮੈਂ ਰੋਂਦੇ ਹੋਏ ਬੋਲੀ ਕਿ ਰਮਨ, ਵੰਸ਼ਿਕਾ ਭੈਣ ਘਰ ਛੱਡ ਕੇ ਭੱਜ ਗਈ। ਸਾਨੂੰ ਉਸ ਬਾਰੇ ਕੁਝ ਵੀ ਪਤਾ ਨਹੀਂ ਸੀ। ਮਾਂ ਨੇ ਹੀ ਉਸ ਦੀ ਚਿੱਠੀ ਮੈਨੂੰ ਲਿਆ ਕੇ ਦਿੱਤੀ ਸੀ ਜਿਸ 'ਚ ਉਹਨਾਂ ਲਿਖਿਆ ਸੀ ਕਿ ਉਹ ਕਿਸੇ ਹੋਰ ਨੂੰ ਪਿਆਰ ਕਰਦੀ ਹੈ, ਇਸ ਲਈ ਘਰ ਛੱਡ ਕੇ ਜਾ ਰਹੀ ਹੈ। ਉਸ ਸਮੇਂ ਮੈਂ ਬਹੁਤ ਪਰੇਸ਼ਾਨ ਹੋ ਚੁੱਕੀ ਸੀ। ਉਹਨਾਂ ਨੂੰ ਪਿਤਾ ਜੀ ਦੀ ਇੱਜ਼ਤ ਦੀ ਫਿਕਰ ਸੀ, ਇਸ ਲਈ ਮੇਰੇ ਸਿਰ ਤੇ ਦੁਪੱਟਾ ਦੇ ਕੇ ਮੈਨੂੰ ਮੰਡਪ 'ਚ ਬਿਠਾ ਦਿੱਤਾ। ਰਮਨ ਨੇ ਆਪਣਾ ਸਿਰ ਫੜ ਲਿਆ। ਉਹ ਬੋਲਿਆ ਕਿ ਜਦੋਂ ਫੇਰੇ ਹੋ ਰਹੇ ਸਨ ਤਾਂ ਪੰਡਤ ਜੀ ਨੇ ਵੰਸ਼ਿਕਾ ਦੀ ਥਾਂ ਅੰਜਲੀ ਕਿਹਾ ਸੀ, ਪਰ ਮੈਨੂੰ ਲੱਗਿਆ ਕਿ ਇਹ ਸਾਰਾ ਵਹਿਮ ਹੈ। ਮੈਂ ਕਿਹਾ ਕਿ ਮਾਂ ਨੇ ਹੀ ਪੰਡਤ ਨਾਲ ਗੱਲ ਕੀਤੀ ਸੀ ਤੇ ਇਸ ਸੰਬੰਧੀ ਪੰਡਤ ਜੀ ਨੂੰ ਸਭ ਪਤਾ ਸੀ। ਫਿਰ ਰਮਨ ਨੇ ਕਿਹਾ ਕਿ ਤੂੰ ਹੁਣ ਇਸ ਤਰ੍ਹਾਂ ਘਬਰਾਈ ਹੋਈ ਕਿਉਂ ਹੈ? ਕਿ ਤੈਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ? ਮੈਂ ਕਿਹਾ ਕਿ ਮੈਨੂੰ ਇਹ ਰਿਸ਼ਤਾ ਮਨਜ਼ੂਰ ਹੈ ਜਾਂ ਨਹੀਂ। ਉਸ ਸਮੇਂ ਮੈਨੂੰ ਦੋ ਚੀਜ਼ਾਂ ਡਰਾ ਰਹੀਆਂ ਸੀ। ਉਹ ਇਹ ਕਿ ਹੁਣ ਤੁਸੀਂ ਤੇ ਤੁਹਾਡਾ ਪਰਿਵਾਰ ਮੇਰੇ ਨਾਲ ਕਿਹੋ ਜਿਹਾ ਸਲੂਕ ਕਰੇਗਾ। ਰਮਨ ਆਖਣ ਲੱਗਿਆ ਕਿ ਅੰਜਲੀ ਤੂੰ ਇੱਕ ਬਹੁਤ ਚੰਗੀ ਲੜਕੀ ਹੈ। ਇਸ ਗੱਲ ਦੇ ਸਬੂਤ ਲਈ ਇਹ ਕਾਫੀ ਹੈ ਕਿ ਤੂੰ ਆਪਣੀ ਭੈਣ ਦੀ ਗਲਤੀ ਨੂੰ ਸੁਧਾਰਨ ਲਈ ਖੁਦ ਨੂੰ ਕੁਰਬਾਨ ਕਰ ਦਿੱਤਾ ਤੇ ਤੂੰ ਆਪਣੇ ਮਾਤਾ ਪਿਤਾ ਨੂੰ ਬਦਨਾਮੀ ਤੋਂ ਬਚਾ ਲਿਆ। ਤੇ ਜੇਕਰ ਅੱਜ ਬਰਾਤ ਖਾਲੀ ਆ ਜਾਂਦੀ ਤਾਂ ਯਕੀਨਨ ਸਾਡੀ ਵੀ ਬਦਨਾਮੀ ਹੁੰਦੀ। ਤੂੰ ਸਾਨੂੰ ਵੀ ਤਾਂ ਬਦਨਾਮੀ ਤੋਂ ਬਚਾ ਲਿਆ। ਰਮਨ ਆਖਣ ਲੱਗਿਆ ਕਿ ਅੰਜਲੀ ਤੂੰ ਬਹੁਤ ਪਿਆਰੀ ਲੜਕੀ ਹੈ ਤੇ ਤੈਨੂੰ ਅਪਣਾਉਣ 'ਚ ਮੈਨੂੰ ਕੋਈ ਸਮੱਸਿਆ ਨਹੀਂ ਹੈ। ਮੈਂ ਰਮਨ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਸੀ ਕਿ ਕੋਈ ਸੱਚਮੁੱਚ ਇੰਨਾ ਚੰਗਾ ਹੋ ਸਕਦਾ ਹੈ। ਮੈਨੂੰ ਵੀ ਹੁਣ ਥੋੜੀ ਤਸੱਲੀ ਹੋ ਗਈ ਸੀ। ਰਮਨ ਨੇ ਮੈਨੂੰ ਆਪਣਾ ਮੋਬਾਈਲ ਫੋਨ ਦਿੱਤਾ ਤੇ ਕਿਹਾ ਕਿ ਤੂੰ ਆਰਾਮ ਨਾਲ ਆਪਣੇ ਘਰ ਗੱਲ ਕਰ ਲੈ ਤੇ ਮਾਂ ਨੂੰ ਦੱਸ ਦੇ ਕਿ ਰਮਨ ਨੂੰ ਹੁਣ ਸੱਚਾਈ ਦਾ ਪਤਾ ਲੱਗ ਗਿਆ ਹੈ। ਉਹ ਪਰੇਸ਼ਾਨ ਨਹੀਂ ਹੋਵੇਗੀ। ਰਮਨ ਦੀ ਗੱਲ ਸੱਚ ਸਾਬਤ ਹੋਈ। ਜਦੋਂ ਮੈਂ ਮਾਂ ਨੂੰ ਫੋਨ ਮਿਲਾਇਆ ਤਾਂ ਉਹ ਰੋਣ ਲੱਗੀ ਤੇ ਕਹਿਣ ਲੱਗੀ ਕਿ ਜਦੋਂ ਤੋਂ ਤੂੰ ਵਿਦਾ ਹੋ ਕੇ ਗਈ ਹੈ ਮੈਂ ਸੂਲੀ ਤੇ ਲਟਕੀ ਹੋਈ ਹਾਂ। ਚੰਗਾ ਹੋਇਆ ਤੂੰ ਫੋਨ ਕਰਕੇ ਆਪਣੇ ਬਾਰੇ ਦੱਸਿਆ। ਸੱਚ ਜਾਣਨ ਤੋਂ ਬਾਅਦ ਰਮਨ ਨੇ ਨਾ ਤਾਂ ਮੈਨੂੰ ਕੁਝ ਕਿਹਾ, ਪਰ ਜਦੋਂ ਮੇਰੀ ਅਸਲੀਅਤ ਘਰ ਵਾਲਿਆਂ 'ਚ ਖੁੱਲੀ ਤਾਂ ਸਾਰਿਆਂ ਨੇ ਬਹੁਤ ਇਤਰਾਜ਼ ਕੀਤਾ ਸੀ। ਮੇਰੀ ਸੱਸ ਤਾਂ ਆਖਣ ਲੱਗੀ ਕਿ ਬੇਟਾ ਇਸ ਨੂੰ ਹੁਣੇ ਤਲਾਕ ਦੇ ਕੇ ਘਰੋਂ ਕੱਢ। ਇਸ ਦੇ ਮਾਂ-ਬਾਪ ਨੂੰ ਵੀ ਪਤਾ ਲੱਗੇ ਕਿ ਧੋਖਾ ਨਹੀਂ ਚੱਲੇਗਾ। ਰਿਸ਼ਤਾ ਨਾ ਹੋਇਆ ਜਿਵੇਂ ਅਸੀਂ ਸਬਜ਼ੀ ਮੰਡੀ ਤੋਂ ਸਬਜ਼ੀ ਖਰੀਦ ਰਹੇ ਹੋਈਏ। ਸਾਨੂੰ ਦਿਖਾਇਆ ਕੁਝ ਹੋਰ ਗਿਆ ਤੇ ਪੈਕ ਕਰਕੇ ਕੁਝ ਹੋਰ ਦੇ ਦਿੱਤਾ। ਉਦੋਂ ਰਮਨ ਨੇ ਹੀ ਸਾਰਿਆਂ ਨੂੰ ਤਸੱਲੀ ਦਵਾਈ ਸੀ ਤੇ ਕਿਹਾ ਸੀ ਕਿ ਮੈਨੂੰ ਅੰਜਲੀ ਵੰਸ਼ਿਕਾ ਤੋਂ ਜ਼ਿਆਦਾ ਚੰਗੀ ਲੱਗੀ। ਜੇਕਰ ਤੁਹਾਡੇ ਚੋਂ ਕਿਸੇ ਨੇ ਇਸ ਨਾਲ ਬੁਰਾ ਕੀਤਾ ਤਾਂ ਮੈਨੂੰ ਬਹੁਤ ਦੁੱਖ ਹੋਵੇਗਾ। ਫਿਰ ਰਮਨ ਨੇ ਬਹੁਤ ਵੱਡੀ ਰਿਸੈਪਸ਼ਨ ਪਾਰਟੀ ਵੀ ਰੱਖੀ ਸੀ। ਹੁਣ ਮੇਰੀ ਸੱਸ ਵੀ ਮੇਰੀ ਚੰਗੀ ਸਹੇਲੀ ਬਣ ਗਈ ਸੀ। ਰਮਨ ਯੂਪੀ ਸਪੈਸ਼ਲ ਫੋਰਸ 'ਚ ਡਿਊਟੀ ਤੇ ਤੈਨਾਤ ਸੀ। ਸਪੈਸ਼ਲ ਫੋਰਸ ਵਾਲਿਆਂ ਦੀ ਤਾਂ ਕਦੇ ਵੀ ਛੁੱਟੀ ਨਹੀਂ ਹੁੰਦੀ ਤੇ 24 ਘੰਟੇ ਡਿਊਟੀ ਹੁੰਦੀ ਹੈ। ਉਹਨਾਂ ਨੇ ਮੈਨੂੰ ਹਰ ਖੁਸ਼ੀ ਦਿੱਤੀ। ਰਮਨ ਦੇ ਡਿਊਟੀ ਤੇ ਜਾਣ ਤੋਂ ਬਾਅਦ ਵੀ ਮੇਰੀ ਸੱਸ ਮੇਰੇ ਨਾਲ ਚੰਗੀ ਰਹੀ। ਇੱਕ ਦਿਨ ਉਹਨਾਂ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗੀ ਕਿ ਬਹੂ, ਮੇਰਾ ਬੇਟਾ ਤਾਂ ਹੁਣ ਡਿਊਟੀ ਤੇ ਚਲਾ ਗਿਆ ਹੈ, ਪਰ ਤੂੰ ਕੋਈ ਖੁਸ਼ਖਬਰੀ ਅਜੇ ਤੱਕ ਨਹੀਂ ਸੁਣਾਈ। ਮੈਂ ਆਪਣੀ ਸੱਸ ਦੀ ਗੱਲ ਸੁਣ ਕੇ ਪਰੇਸ਼ਾਨ ਹੋ ਗਈ। ਮੈਂ ਆਪਣੀ ਸੱਸ ਨੂੰ ਦੱਸਿਆ ਕਿ ਅਜੇ ਤੱਕ ਕੋਈ ਖੁਸ਼ਖਬਰੀ ਨਹੀਂ ਹੈ। ਇਹ ਸੁਣ ਕੇ ਉਹ ਕੁਝ ਮਾਯੂਸ ਹੋ ਗਈ ਸੀ ਤੇ ਕਹਿਣ ਲੱਗੀ ਕਿ ਬਹੂ, ਮੇਰੇ ਬੇਟੇ ਦੀ ਨੌਕਰੀ ਅਜਿਹੀ ਹੈ ਕਿ ਉਸ ਦੀ ਡਿਊਟੀ ਬਹੁਤ ਖਤਰਨਾਕ ਇਲਾਕੇ 'ਚ ਹੈ ਤੇ ਉਸ ਦੇ ਦੁਸ਼ਮਣ ਵੀ ਕਾਫੀ ਬਣ ਗਏ ਹਨ, ਕਿਉਂਕਿ ਉਹ ਰਿਸ਼ਵਤ ਬਿਲਕੁਲ ਵੀ ਨਹੀਂ ਲੈਂਦਾ ਤੇ ਬਹੁਤ ਨੇਕ ਲੜਕਾ ਹੈ। ਮੈਂ ਚਾਹੁੰਦੀ ਹਾਂ ਕਿ ਮੇਰਾ ਬੇਟਾ ਹਜ਼ਾਰਾਂ ਸਾਲ ਜੀਵੇ, ਪਰ ਮੈਂ ਉਸ ਨੂੰ ਆਖ ਦਿੱਤਾ ਕਿ ਜਿੱਥੇ ਫਰਜ਼ ਦੀ ਗੱਲ ਆਵੇ ਉਹ ਇੱਕ ਪਲ ਲਈ ਵੀ ਦੇਰੀ ਨਾ ਲਾਵੇ ਤੇ ਆਪਣੀ ਜਾਨ ਦੀ ਬਾਜੀ ਲਗਾ ਦੇਵੇ। ਇਸ ਲਈ ਮੈਂ ਚਾਹੁੰਦੀ ਹਾਂ ਕਿ ਮੇਰੇ ਬੇਟੇ ਦੀ ਨਿਸ਼ਾਨੀ ਮੇਰੇ ਕੋਲ ਹੋਵੇ। ਮੈਂ ਆਪਣੀ ਸੱਸ ਦੀ ਗੱਲ ਸੁਣ ਕੇ ਗੁੰਮਸੁੰਮ ਜਿਹੀ ਹੋ ਗਈ ਸੀ।
ਮੈਂ ਕਿਹਾ ਕਿ ਮਾਂ ਜੀ, ਭਗਵਾਨ ਲਈ ਅਜਿਹੀ ਗੱਲ ਨਾ ਕਰੋ, ਮੇਰੇ ਦਿਲ 'ਚ ਘਬਰਾਹਟ ਹੁੰਦੀ ਹੈ। ਉਹ ਮੁਸਕਰਾ ਪਈ ਤੇ ਮੇਰੇ ਸਿਰ ਤੇ ਹੱਥ ਫੇਰਿਆ ਤੇ ਦੁਆ ਕੀਤੀ ਕਿ ਤੂੰ ਸਦਾ ਸੁਹਾਗਣ ਰਹੇ। ਫਿਰ ਉਹ ਕਹਿਣ ਲੱਗੀ ਕਿ ਬੇਟੀ, ਤੂੰ ਇਸ ਤਰ੍ਹਾਂ ਕਰ ਕਿ ਕੁਝ ਸਾਲ ਲਈ ਰਮਨ ਕੋਲ ਚਲੀ ਜਾ, ਉਦੋਂ ਤੱਕ ਮੈਂ ਆਪਣੀ ਭੈਣ ਦੇ ਘਰ ਚਲੀ ਜਾਵਾਂਗੀ। ਮੇਰੇ ਬੇਟੇ ਰਮਨ ਨੂੰ ਸਰਕਾਰੀ ਕੁਆਟਰ ਤਾਂ ਮਿਲ ਹੀ ਗਿਆ ਸੀ, ਤੂੰ ਉਸ ਕੋਲ ਜਾ ਕੇ ਰਹਿ ਸਕਦੀ ਹੈ। ਰਮਨ ਨੂੰ ਵੀ ਔਲਾਦ ਦੀ ਬਹੁਤ ਇੱਛਾ ਸੀ। ਮੈਨੂੰ ਆਪਣੀ ਸੱਸ ਤੋਂ ਇਸ ਤਰ੍ਹਾਂ ਦੀ ਗੱਲ ਦੀ ਉਮੀਦ ਨਹੀਂ ਸੀ। ਮੈਨੂੰ ਤਾਂ ਲੱਗਿਆ ਸੀ ਕਿ ਉਹ ਮੈਨੂੰ ਹਮੇਸ਼ਾ ਮੇਰੇ ਪਤੀ ਤੋਂ ਦੂਰ ਰੱਖੇਗੀ ਤੇ ਉਸ ਕੋਲ ਜਾਣ ਨਹੀਂ ਦੇਵੇਗੀ, ਪਰ ਉਹਨਾਂ ਨੇ ਮੇਰੇ ਇਸ ਖਿਆਲ ਨੂੰ ਗਲਤ ਸਾਬਤ ਕਰ ਦਿੱਤਾ ਸੀ। ਮੇਰੀ ਸੱਸ ਨੇ ਉਸੇ ਦਿਨ ਰਮਨ ਨੂੰ ਫੋਨ ਕਰਕੇ ਕਹਿ ਦਿੱਤਾ ਸੀ ਕਿ ਉਹ ਮੈਨੂੰ ਆਪਣੇ ਨਾਲ ਰੱਖਣ ਦਾ ਇੰਤਜ਼ਾਮ ਕਰੇ। ਰਾਤ ਨੂੰ ਮੈਨੂੰ ਰਮਨ ਦਾ ਫੋਨ ਆਇਆ ਸੀ ਤੇ ਉਹ ਬਹੁਤ ਖੁਸ਼ ਲੱਗ ਰਿਹਾ ਸੀ। ਉਹ ਆਖਣ ਲੱਗਿਆ ਕਿ ਲੱਗਦਾ ਮੇਰੇ ਜਾਣ ਤੋਂ ਬਾਅਦ ਤੂੰ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲਿਆ ਹੋਵੇਗਾ, ਜੋ ਮਾਂ ਤੈਨੂੰ ਮੇਰੇ ਕੋਲ ਭੇਜਣ ਲਈ ਰਾਜੀ ਹੋ ਗਈ ਹੈ। ਮੈਂ ਮੁਸਕਰਾ ਰਹੀ ਸੀ। ਉਹ ਕਹਿਣ ਲੱਗਿਆ ਕਿ ਮੈਂ ਛੇਤੀ ਹੀ ਤੈਨੂੰ ਆ ਕੇ ਲੈ ਜਾਵਾਂਗਾ। ਮੈਨੂੰ ਇਹ ਸਭ ਕਿਸੇ ਸੁਪਨੇ ਵਾਂਗ ਲੱਗ ਰਿਹਾ ਸੀ। ਖੈਰ, ਜੋ ਵੀ ਸੀ, ਮੈਂ ਬਹੁਤ ਖੁਸ਼ ਸੀ। ਮੈਂ ਆਪਣਾ ਸਾਰਾ ਸਮਾਨ ਪੈਕ ਕਰ ਲਿਆ ਸੀ। ਮੇਰੀ ਸੱਸ ਵੀ ਮੈਨੂੰ ਦੇਖ ਕੇ ਮੁਸਕਰਾਉਂਦੀ ਸੀ। ਸ਼ਾਮ ਨੂੰ ਰਮਨ ਦਾ ਫੋਨ ਆਉਣਾ ਸੀ ਤੇ ਉਸਨੇ ਦੱਸਣਾ ਸੀ ਕਿ ਇੰਤਜ਼ਾਮ ਪੂਰੇ ਹੋਏ ਹਨ ਜਾਂ ਨਹੀਂ। ਸ਼ਾਮ ਹੋਈ ਤਾਂ ਰਮਨ ਦੇ ਨੰਬਰ ਤੋਂ ਫੋਨ ਆਇਆ। ਮੈਂ ਕੰਬਦੇ ਹੋਏ ਹੱਥਾਂ ਨਾਲ ਫੋਨ ਚੁੱਕਿਆ ਤਾਂ ਕਿਸੇ ਨੇ ਹੈਲੋ ਕਿਹਾ ਸੀ, ਪਰ ਉਹ ਮੇਰੇ ਰਮਨ ਦੀ ਆਵਾਜ਼ ਨਹੀਂ ਸੀ। ਅਚਾਨਕ ਮੈਂ ਘਬਰਾ ਗਈ ਤੇ ਕਿਹਾ ਕਿ ਜੀ ਤੁਸੀਂ ਕੌਣ? ਦੂਜੇ ਪਾਸਿਓਂ ਆਵਾਜ਼ ਆਈ, ਤੁਸੀਂ ਰਮਨ ਦੇ ਘਰੋਂ ਗੱਲ ਕਰ ਰਹੇ ਹੋ? ਮੈਂ ਛੇਤੀ ਦੇ ਨੇ ਕਿਹਾ ਕਿ ਜੀ ਹਾਂ, ਮੈਂ ਉਹਨਾਂ ਦੀ ਪਤਨੀ ਗੱਲ ਕਰ ਰਹੀ ਹਾਂ। ਫੋਨ ਤੇ ਕੁਝ ਦੇਰ ਲਈ ਉਹ ਚੁੱਪ ਹੋ ਗਏ। ਫਿਰ ਆਵਾਜ਼ ਆਈ ਕਿ ਤੁਹਾਡਾ ਰਮਨ ਇਸ ਦੁਨੀਆ 'ਚ ਨਹੀਂ ਹੈ, ਉਹ ਦੇਸ਼ ਲਈ ਸ਼ਹੀਦ ਹੋ ਗਿਆ ਹੈ। ਇਹ ਸ਼ਬਦ ਮੈਨੂੰ ਗੋਲੀ ਵਾਂਗ ਆ ਕੇ ਲੱਗੇ ਸਨ। ਮੈਂ ਇੱਕਦਮ ਸੁੰਨ ਹੋ ਗਈ। ਇਸ ਕਹਾਣੀ ਦਾ ਬਾਕੀ ਹਿੱਸਾ ਜਾਣਨ ਲਈ ਸਾਡੇ ਨਾਲ ਜੁੜੇ ਰਹੋ।